ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 39ਵਾਂ। जतन बहुत सुख के किए, दुख को कियो न कोई। कहो नानक सुन रे मना, हर भावे सो होए। जतन बहुत सुख के किए, दुख को कियो न कोई। कहो नानक सुन रे मना, हर ਭਾਵੇ ਸੋ ਹੋਏ। ਕੋਈ ਸਤਿਗੁਰੂ ਸਮਝਾ ਰਹੇ ਆ ਭਾਈ, ਅਸੀਂ ਯਤਨ ਸੁੱਖਾਂ ਦੇ ਕਰਦੇ ਹਾਂ। ਜਿੰਨਾ ਵੀ ਸੰਸਾਰ ਆ ਸਾਰਿਆਂ ਦੀ ਰੇਸ ਲੱਗੀ ਹੋਈ ਆ ਸੁੱਖਾਂ ਖਾਤਰ। ਸਰੀਰ ਕਰਕੇ ਸਾਨੂੰ ਗਿਆਨ ਨਹੀਂ ਹੈਗਾ ਨਾ। ਆਤਮਿਕ ਸੁੱਖ ਤਾਂ ਕੁਦਰਤ ਦੀ ਕਿਰਪਾ ਨਾਲ ਮਿਲਣਾ, ਉਹੀ ਤਾਂ ਬਾਣੀ ਸਾਨੂੰ ਆਤਮਿਕ ਸੁੱਖ ਦੇ ਰਹੀ ਹੈ। ਜਿੰਨੇ ਵੀ ਪਿੱਛੇ ਪ੍ਰਚਲਿਤ ਮੱਤਾਂ ਧਰਮ ਅਸੀਂ ਦੇਖਦੇ ਆਏ ਹਾਂ, ਸਾਰਿਆਂ ਧਰਮ ਦੇ ਵਿੱਚ ਵੀ ਲੋਕਾਂ ਨੇ ਯਤਨ ਕੀਤੇ ਸੁੱਖ ਦੇ, ਪਰ ਉਹ ਹਠ ਯੋਗ ਤਪ ਯੋਗ ਉਹ ਸਾਰੇ ਸਰੀਰ ਕਰਕੇ। ਧਰਮ ਕਰਮ ਪਖੰਡ ਜੋ ਦੀਸੇ ਜੰਮ ਜਗਾਤੀ ਲੁੱਟੇ। ਸਾਰਿਆਂ ਨੂੰ ਜੰਮ ਲੁੱਟਦਾ ਆਇਆ, ਉਹ ਲੁੱਟਦਾ ਹੀ ਰਹੂਗਾ। ਇਵੇਂ ਜੀਵ ਜੰਮਣ ਮਰਨ ਦੇ ਵਿੱਚੋਂ ਨਹੀਂ ਸੁੱਟ ਸਕਦਾ ਜਦ ਤੱਕ ਅਸੀਂ ਗੁਰ ਕੀ ਮੱਤ ਨਹੀਂ ਲੈਂਦੇ। ਬਾਰ-ਬਾਰ ਸਾਨੂੰ ਬਾਣੀ ਸਮਝਾ ਰਹੀ ਹੈ, ਅਨੇਕਾਂ ਉਪਦੇਸ਼ ਦੇ ਕੇ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਗੁਰ ਕੀ ਮੱਤ ਤੋਂ ਬਿਨਾਂ ਦੇਖਦੇ ਹੀ ਸਿਆਣੇ ਬੜੇ ਬੜੇ ਮਹਾਤਮਾ ਵਿਚਾਰੇ ਆਪਦਾ ਜੀਵਨ ਗਵਾ ਕੇ ਚਲੇ ਜਾਂਦੇ ਨੇ। ਸਤਿਗੁਰ ਵੀ ਆਪਾਂ ਨੂੰ ਉਹੀ ਸਮਝਾਉਂਦੇ ਨੇ ਨੌਵੇਂ ਪਾਤਸ਼ਾਹ, ਯਤਨ ਬਹੁਤ ਸੁੱਖ ਕੇ ਕੀ। ਅਸੀਂ ਵਿਚਾਰਿਆ ਹੀ ਨਹੀਂ ਕਦੇ ਵੀ ਯਤਨ ਤਾਂ ਅਸੀਂ ਸੁੱਖਾਂ ਦੇ ਕਰਦੇ ਹਾਂ, ਫਿਰ ਦੁੱਖ ਕਿਉਂ ਆ ਜਾਂਦਾ ਵਾ। ਦੁੱਖ ਵੀ ਹੈਗਾ ਸਾਨੂੰ, ਦੁੱਖ ਆਤਮਾ ਨੂੰ ਹੈ, ਪ੍ਰਾਤਮਾ ਆਪਦੇ ਮੂਲ ਤੋਂ ਵਿਛੜ ਗਈ ਹੈ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਤੇਰੇ ਗੁਣ ਗਲਿਆ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਬਾਰ-ਬਾਰ ਬਾਣੀ ਸਾਨੂੰ ਭੁੱਲਿਆਂ ਗੁਰ ਦੇ ਸਮਝਾ ਰਹੀ ਹੈ ਬਾਣੀ। ਮੂਰਖ ਕੋ ਸਮਝਾਓ ਰੇ, ਮਨ ਮੂਰਖ ਹੈ ਭਾਈ, ਇਹਨੂੰ ਸਮਝਾਉਣਾ ਹੈ। ਮਨ ਸਮਝਾਵਣ ਕਾਰਨੇ ਕੁਛ ਪੜੀਏ ਗਿਆਨ, ਗਿਆਨ ਤੋਂ ਬਿਨਾਂ ਮਨ ਸਮਝਦਾ ਨਹੀਂ ਹੈਗਾ। ਗਿਆਨ ਤੋਂ ਬਿਨਾਂ ਸਾਡਾ ਇਹ ਜੀਵਨ ਜਿਹੜਾ ਹੈਗਾ ਨਿਸਫਲ ਚਲਿਆ ਜਾਊ। ਸੰਸਾਰ 'ਤੇ ਆਉਣਾ ਸਾਡਾ ਨਾਮ ਦੀ ਪ੍ਰਾਪਤੀ ਖਾਤਰ ਜੋ ਸਾਨੂੰ ਇਹ ਸਮਾਂ ਮਿਲਿਆ, ਇਹ ਐਵੇਂ ਹੀ ਚਲਿਆ ਜਾਣਾ। ਪਿੱਛੇ ਵੀ ਆਪਾਂ ਵਿਚਾਰਿਆ, ਨਾਨਕ ਸਮਿਓ ਰਮ ਗਿਓ, ਨਿਕਲ ਜਾਣਾ ਸਮਾਂ ਭਾਈ, ਫਿਰ ਪਛਤਾਵਾਂਗੇ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ। ਜਿੰਨੀ ਜਿੰਨੀ ਭਗਤੀਆਂ ਪਿੱਛੇ ਕਰਦੇ ਆਏ ਨੇ, ਜੋਗੀ ਸੀ ਘਰ-ਬਾਰ ਛੱਡ ਕੇ ਵਿਚਾਰੇ ਚਲੇ ਜਾਂਦੇ ਸੀ। ਇਸ ਸੁੱਖ ਤੇ ਸਿਵ ਬ੍ਰਹਮ ਡਰਾਨਾ, ਬ੍ਰਹਮ ਗਿਆਨ ਵਾਲੀਆਂ ਆਤਮਾ ਗੁਰਸਿੱਖ ਸਿਵ ਪੰਥੀ ਘਰ-ਬਾਰ ਛੱਡ ਕੇ ਚਲੇ ਗਏ ਵਿਚਾਰੇ, ਪਰ ਸੱਚ ਦਾ ਗਿਆਨ ਨਹੀਂ ਉਹਨਾਂ ਨੂੰ ਮਿਲਿਆ। ਪ੍ਰਾਪਤੀ ਸੁੱਖ ਦੀ ਭਾਲਦੇ ਸੀ, ਸਰੀਰ ਕਰਕੇ ਹਟ ਜੋ ਕਰੀ ਗਏ, ਚੋ ਗਿਆਨ ਤਾਂ ਪੈਦਾ ਨਹੀਂ ਹੋਇਆ, ਹੰਕਾਰ ਵੱਧ ਗਿਆ। ਪਰ ਗੁਰਬਾਣੀ ਦਾ ਉਪਦੇਸ਼ ਹੈ ਆਪਾਂ ਨੂੰ, ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ। ਭਗਤਾਂ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਕਰਕੇ ਦਿਖਾਇਆ। ਆਪਾਂ ਵੀ ਗੁਰੂ ਭਗਤ ਸਾਹਿਬਾਨਾਂ ਦੇ ਰਾਹ 'ਤੇ ਚੱਲਣਾ, ਫੇਰ ਹੀ ਆਪਾਂ ਨੂੰ ਇਹ ਪ੍ਰਾਪਤੀ ਹੋਈ। ਆਤਮਿਕ ਸੁੱਖ ਆਪਾਂ ਨੂੰ ਮਿਲੂਗਾ। ਜਿਹੜੇ ਅਸੀਂ ਸਰੀਰ ਕਰਕੇ, ਜਿੰਨੀ ਮਾਇਆ ਕਰਕੇ ਸਾਨੂੰ ਸੁੱਖ ਆਉਂਦੇ, ਉਹ ਸਰੀਰ ਕਰਕੇ ਆਉਂਦੇ ਆ। ਉਹ ਜੇ ਮਾਇਆ ਜ਼ਿਆਦਾ ਆ ਤਾਂ ਵੱਧ ਸੁੱਖ ਲੈ ਲਾਂਗੇ, ਪਰ ਉਹ ਦੁੱਖ ਬਣ ਜਾਂਦੇ ਨੇ, ਕਿਉਂ ਅਸੀਂ ਕੁਦਰਤ ਨੂੰ ਭੁੱਲ ਜਾਂਦੇ ਹਾਂ। ਜੋ ਕੰਮ ਕਰਨਾ ਹੈ ਉਹ ਭੁੱਲ ਜਾਂਦੇ ਹਾਂ। ਉਹੀ ਸਤਿਗੁਰ ਸਮਝਾ ਰਹੇ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕਿਓ ਨਾ ਕੋਈ। ਕਹੋ ਨਾਨਕ ਸੁਨ ਰੇ ਮਨ, ਹਰ ਭਾਵੇ ਸੋ ਹੋਏ। ਉਹ ਅਸੀਂ ਭੁੱਲ ਗਏ। ਸੱਚ ਦਾ ਗਿਆਨ ਸਾਨੂੰ ਹੈ ਹੀ ਨਹੀਂ ਗਾ। ਹੋਣਾ ਤਾਂ ਉਹੀ ਹੈ ਜੋ ਹਰ ਚਾਹੁੰਦਾ ਵਾ। ਹੁਣ ਸਾਡੀ ਖੁਆਰੀ ਹੈ, ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਣਾ ਵਾ। ਗੁਰ ਸ਼ਬਦ ਦੀ ਕਮਾਈ ਕਰਾਂਗੇ, ਫਿਰ ਮਨ ਨੇ ਟਿਕਣਾ ਵਾ। ਫਿਰ ਸਾਨੂੰ ਸਮਝ ਆਉਣੀ ਹੈ ਸਾਡੀ ਖੁਆਰੀ ਕਿਵੇਂ ਜਾਵੇ। ਗੁਰ ਸੇਵਾ, ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ, ਇਹ 'ਚੋਂ ਗਿਆਨ ਪੈਦਾ ਹੋਣਾ ਜਿਹਦੇ ਨਾਲ ਮਨ ਨੇ ਟਿਕਣਾ ਵਾ। ਇਹ ਆਤਮ ਕਰਮ ਹੈ, ਇਹ 'ਚੋਂ ਆਤਮ ਗਿਆਨ ਹੋਣਾ ਹੈ। ਪਰ ਅਸੀਂ ਜਿੰਨੇ ਕਰਮ ਧਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ। ਅਰਦਾਸ ਵੀ ਸਰੀਰ ਕਰਕੇ, ਮਾਇਆ ਦੀ ਨਾਮ ਦੀ ਅਰਦਾਸ ਕਰਨੀ ਹੈ ਭਾਈ, ਫਿਰ ਇਹ ਪ੍ਰਾਪਤੀ ਹੋਣੀ ਆ। ਜੇ ਸਾਨੂੰ ਮਾਇਆ ਅਰਦਾਸ ਕਰਕੇ ਜਾਂ ਨੰਗੇ ਪੈਰ ਜਾ ਕੇ ਜਾਂ ਹਠ ਯੋਗ ਤਪ ਕਰਕੇ ਮਿਲ ਜੇ, ਤਾਂ ਫਿਰ ਕੰਮ ਕਰਨ ਦੀ ਲੋੜ ਹੀ ਨਹੀਂ ਕੋਈ। ਨਹੀਂ, ਇਹ ਸਾਡੀ ਅਗਿਆਨਤਾ ਹੀ ਹੈ। ਅਗਿਆਨਤਾ ਬਸ ਹੋ ਕੇ ਜਿੰਨੇ ਵੀ ਅਸੀਂ ਕਰਦੇ ਹਾਂ, ਤਾਂ ਅਸੀਂ ਭਟਕ ਜਾਂਦੇ ਹਾਂ। ਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਏ ਨਾ ਕੋਈ। ਦੁੱਖ ਤਾਂ ਆਤਮਾ ਪ੍ਰਾਤਮਾ ਤੋਂ ਵਿਛੜੀ ਹੈ, ਦੁੱਖ ਤੈਨੂੰ ਉਹਦਾ ਵਾ।
ਕਹੋ ਨਾਨਕ ਸੁਣ ਰੇ ਮਨ, ਬੁੱਧੀ ਮਨ ਨੂੰ ਸਮਝਾ ਰਹੀ ਹੈ। ਹਰ ਭਾਵੇ ਸੋਏ, ਭਾਬੀ ਨੂੰ ਕੌਣ ਮੇਟ ਸਕਦਾ। ਚਿੰਤਾ ਤਾਂ ਕੀ ਕੀਜੀਏ ਜੇ ਅਨਹੋਨੀ ਹੋਏ। ਚਿੰਤਾ ਤਾਂ ਕਰੀਏ ਸਾਡਾ ਕਰਿਆ ਹੁੰਦਾ ਹੋਵੇ। ਅਸੀਂ ਕਲਪਨਾ ਜ਼ਰੂਰ ਕਰ ਸਕਦੇ ਹਾਂ, ਸੋਚ ਸਕਦੇ ਹਾਂ, ਚਿੰਤਾ ਪੈਦਾ ਹੋਊਗੀ। ਹੁੰਦਾ ਉਹੀ ਹੈ ਜੋ ਕੁਦਰਤ ਭਾਵ ਹੁਕਮ ਚਾਹੁੰਦਾ ਹੈ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਹੁਕਮ ਨਹੀਂ ਕਰ ਸਕਦਾ ਕੋਈ, ਉਹਨੂੰ ਬੇਨਤੀ ਕਰਨੀ ਹੈ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਜਿਹਦੇ ਅੱਗੇ ਅਸੀਂ ਬੇਨਤੀ ਕਰਨੀ ਹੈ। ਜਿਹੜੇ ਅਸੀਂ ਬਾਹਰ ਧਰਮ ਕਰਮ ਕਰਦੇ ਹਾਂ ਉਹ ਸਾਰੇ ਮਾਇਆ ਦੇ ਨੇ। ਉਹਦੇ ਵਿੱਚੋਂ ਕੀ ਹੈ, ਚਿੰਤਾ ਪੈਦਾ ਹੁੰਦੀ ਹੈ। ਉਹੀ ਕਾਲ ਹੈ, ਉਹ ਤੋਂ ਬਚਣਾ ਆਪਾਂ ਉਹ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਤਿਗੁਰ ਸਾਨੂੰ ਸਮਝਾਉਣਾ ਚਾਹੁੰਦੇ ਨੇ, ਯਤਨ ਅਸੀਂ ਸੁੱਖਾਂ ਦੇ ਕਰਦੇ ਹਾਂ, ਦੁੱਖ ਫਿਰ ਵੀ ਆ ਜਾਂਦੇ ਨੇ। ਸਾਡੀ ਮਤ ਨਾਲ ਦੁੱਖ ਹੀ ਆਉਣਗੇ ਭਾਈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਵੋ। ਕਲੇਸ਼ ਤਾਂ ਸਾਡੇ ਅੰਦਰ ਨੇ ਭਾਈ। ਬਾਣੀ ਨੂੰ ਸਮਝ ਕੇ ਅਸੀਂ ਇਹ ਕਲੇਸ਼ਾਂ ਦੀ ਜਿਹੜੀ ਹੈਗੀ ਹੈ ਸਮਾਪਤੀ, ਨਿਵਾਰਨ ਕਰਨਾ ਹੈ ਆਪਾਂ। ਲੋਭ ਤੰਗ ਕਰਦਾ ਹੈ, ਮੋਹ ਤੰਗ ਕਰਦੇ, ਬਕਾਰ ਪੰਜੇ ਤੰਗ ਕਰਦੇ। ਇਹੀ ਤਾਂ ਆਪਣਾ ਭਗਤੀ ਦਾ ਵਿਸ਼ਾ ਵਾ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਬਾਣੀ ਮਨ ਵਸ ਕਰਨ ਦੀ ਵਿਧੀ ਹੈ। ਉਹ ਸਾਡਾ ਧਿਆਨ ਹੀ ਨਹੀਂ। ਅਸੀਂ ਯਤਨ ਸੁੱਖਾਂ ਦੇ ਕਰੀ ਜਾਂਦੇ, ਸਰੀਰ ਕਰਕੇ। ਅਰਦਾਸ ਕਰਨੀ ਸੀ ਬਕਾਰਾਂ ਦੀ, ਜਿਹੜੇ ਸਾਨੂੰ ਤੰਗ ਕਰਦੇ ਨੇ, ਲੋਭ ਮੋਹ ਤੰਗ ਕਰਦੇ ਨੇ। ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਹੈ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੇ ਗੁਰਦੇਵ ਗਿਆਨ ਦੇ ਦਾਤਾ, ਕਿਰਪਾ ਕਰ, ਮਨ ਤੇ ਰਹਿਮ ਕਰ। ਇਹਨੂੰ ਸਮਝ ਆ ਜਾਵੇ, ਇਹ ਬਕਾਰਾਂ ਜਮਾਂ ਤੋਂ ਖਹਿੜਾ ਛੁੱਟ ਜਾਏ। ਪਿੱਛੇ ਵੀ ਆਪਾਂ ਸਲੋਕ ਵਿਚਾਰਿਆ, ਜਿਨ ਹਰ ਨਿਰਭਉ ਤੇ ਆਇਆ ਤੈਨ ਟੂਟੀ ਜਮ ਕੀ ਫਾਸੀ। ਜਮਾਂ ਤੋਂ ਖਹਿੜਾ ਛਡਾਉਣਾ ਜੇ ਕਾਲ ਤੋਂ, 84 ਲੱਖ ਦਾ ਗਬਨ ਮਟਾਉਣਾ, ਤਾਂ ਆਪਾਂ ਨੂੰ ਸਤਿਗੁਰ ਦੀ ਸ਼ਰਨ ਜਾਣਾ ਪਊ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਜੋ ਗਿਆਨ ਪੈਦਾ ਹੋਊ। ਗਿਆਨ ਨਾਲ ਫਿਰ ਮਨ ਨੀਵਾਂ ਹੋ ਜਾਂਦਾ। ਹੋਈ ਨਿਮਾਣਾ ਜਗ ਰਹੇ ਦਰ ਕੀ ਮਾਣ, ਨਿਮਾਣਾ ਪਾਵੇ। ਫਿਰ ਤੇ ਕਿਰਪਾ ਹੁੰਦੀ ਹੈ, ਫਿਰ ਮਨ ਸੰਤੋਖ 'ਚ ਆ ਜਾਂਦਾ। ਉਦੋਂ ਬਾਅਦ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਅਵਸਥਾ ਦੇ ਨਾਂ ਨੇ, ਜਿਹੜੀ ਸਹਿਜ ਅਵਸਥਾ ਜਾ ਕੇ ਆਪਾਂ ਆਨੰਦ ਸਾਹਿਬ ਦੇ ਬਚਨ ਲੈਣੇ ਸਤਿਗੁਰਾਂ ਦੇ। ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਸਹਿ ਸੇਤੀ ਤੋਂ ਭਾਵ ਜਦੋਂ ਮਨ ਸਹਿਜ ਹੋ ਜਾਂਦਾ, ਟਿਕ ਜਾਂਦਾ ਹੈ, ਫਿਰ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸਾਡੀ ਅੱਗੇ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਸਾਡਾ ਤਾਂ ਇੱਥੋਂ ਹੀ ਨਹੀਂ ਖੜਾ ਛੁੱਟਿਆ, ਅਸੀਂ ਤਾਂ ਇਹੀ ਸੁੱਖਾਂ 'ਚ ਲੱਗੇ ਹੋਏ ਹਾਂ। ਇਹੀ ਤਾਂ ਕਾਲ ਹੈ ਭਾਈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ ਨਵੇਂ ਪਾਤਸ਼ਾਹ ਦੇ। ਸਤਿਗੁਰ ਕੀ ਸਮਝਾਉਂਦੇ ਨੇ। ਬਸੰਤ ਮਹੱਲਾ ਨੌਵਾਂ। ਕਹਾਂ ਭੂਲਿਓ ਰੇ ਝੂਠੇ ਲੋਭ ਲਾਗ, ਕਛ ਵਿਗੜਿਓ ਨਾਹਿਨ ਅਜਹੁ ਜਾਗ। ਸਤਿਗੁਰ ਤਾਂ ਸਮਝਾਉਂਦੇ ਆ ਭਾਈ। ਕਹਿੰਦੇ ਕੁਛ ਨਹੀਂ ਵਿਗੜਿਆ ਹਲੇ ਭਾਈ। ਆਪਾਂ ਤਿਆਗ ਕਰ ਸਕਦੇ ਹਾਂ, ਉਹਦੀ ਕਿਰਪਾ ਰਹਿਮਤ ਲੈ ਸਕਦੇ ਹਾਂ। ਸੱਚ ਦੇ ਗਿਆਨ ਨਾਲ ਹੀ ਸਾਨੂੰ ਭਰੋਸਾ ਬਣੂਗਾ। ਅਨੇਕਾਂ ਉਪਦੇਸ਼ ਦੇ ਕੇ ਬਾਣੀ ਸਾਨੂੰ ਸਮਝਾਉਂਦੀ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪਦੈਸ਼ ਤੂੰ ਕਿਆ ਸੋਈ ਦੇ ਆਧਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ। ਕਿਉਂ ਡੋਲਦਾ ਇਹ ਜੀ। ਉੱਡੇ ਉਡਾਵੇ ਸਹਿ ਕੋਛਾਂ, ਰਾਏ ਰਸ ਸਮਝਾਉਂਦੇ ਨੇ। ਕੂੰਜਾਂ ਆ ਜਾਂਦੀਆਂ ਨੇ ਆਂਡੇ ਦੇ ਕੇ, ਬਾਅਦ 'ਚ ਬੱਚੇ ਖੇਲਦੇ ਨੇ। ਕੀ ਹੈ ਸਾਰਾ ਕੁਛ, ਇਹੀ ਤਾਂ ਬਾਣੀ ਸਾਨੂੰ ਸਮਝਾ ਰਹੀ ਹੈ। ਕੌਣ ਪਾਲਣਾ ਕਰਦਾ। ਉਹਦੀ ਖੁਰਾਕ ਆਂਡੇ 'ਚ ਹੀ ਪਾਤੀ ਸਤਿਗੁਰ ਨੇ ਪਹਿਲਾਂ ਹੀ। ਆਸਣ ਲੋਏ ਲੋ ਭੰਡਾਰ, ਜੋ ਕਿਸ ਪਾਇਆ। ਇੱਕ ਵਾਰੀ ਇਹ ਪਾ ਦਿੰਦਾ ਉਹ ਬੜੀ ਸ਼ਕਤੀ ਹੈ, ਸਰਵ ਵਿਆਪੀ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਅਸੀਂ ਚਿੰਤਾ ਤਾਂ ਕਰਦੇ, ਸਾਨੂੰ ਗਿਆਨ ਨਹੀਂ ਹੈਗਾ। ਉਹੀ ਸਤਿਗੁਰ ਸਮਝਾਉਂਦੇ ਭਾਈ, ਤੂੰ ਜਿਹੜਾ ਆਪਦਾ ਕੰਮ ਕਰਨਾ ਆ ਉਹ ਕਰ। ਉਹੀ ਨੌਵੇਂ ਪਾਤਸ਼ਾਹ ਆਪਾਂ ਨੂੰ ਬਸੰਤ ਮਹੱਲਾ ਨੌਵਾਂ ਸਮਝਾਉਂਦੇ ਨੇ। ਕਹਾਂ ਭੁੱਲਿਓ ਰੇ ਝੂਠੇ ਲੋਭ ਲਾਗ। ਭੁੱਲ ਗਿਆ ਭਾਈ, ਭੁੱਲਿਆ ਗੁਰਦੇ ਸਮਝਾਏ। ਹੁਣ ਗੁਰਬਾਣੀ ਸਾਨੂੰ ਫਿਰ ਸਮਝਾ ਦੂਗੀ, ਅਸੀਂ ਫਿਰ ਆਪਦੇ ਘਰ ਚਲੇ ਜਾਣਾ ਵਾ। ਕਛ ਵਿਗੜਿਓ ਨਾਹਿਨ ਅਜੁ ਜਾਗ। ਜਗਾਉਂਦੀ ਹੈ ਭਾਈ ਬਾਣੀ ਆਤਮਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਜਿਨ੍ਹਾਂ 'ਤੇ ਗੁਰ ਕਿਰਪਾ, ਗਿਆਨ ਦੀ ਕਿਰਪਾ ਹੋ ਜਾਂਦੀ ਹੈ, ਸੱਚ ਦਾ ਗਿਆਨ ਲੈ ਲੈਂਦੇ ਨੇ, ਉਹਨਾਂ ਦੀ ਆਤਮਾ ਜਾਗ ਜਾਂਦੀ ਹੈ, ਉਹਨਾਂ ਦਾ ਅੰਮ੍ਰਿਤ ਵੇਲਾ ਹੋ ਜਾਂਦਾ। ਉਹੀ ਤਾਂ ਅੰਮ੍ਰਿਤ ਵੇਲਾ, ਜਿਹੜਾ ਆ ਤਾਂ ਸੰਸਾਰੀ ਹੈ ਭਾਈ। ਇਹ ਤਾਂ ਪ੍ਰਮਾਣ ਦੇ ਕੇ ਆਪਾਂ ਨੂੰ ਸਮਝਾਇਆ ਹੋਇਆ। ਬੋਲੇ ਅੰਮ੍ਰਿਤ ਬਾਣੀ। ਫਿਰ ਉਹ ਅੰਮ੍ਰਿਤ ਬਾਣੀ ਮੁਕਤੀ ਦੀ ਭਾਵ ਸੰਸਾਰ ਨੂੰ ਵਿਧੀ ਸਮਝਾਉਂਦੇ ਨੇ ਛੁੱਟਣ ਦੀ। ਮੁਕਤ ਜੁਗਤ ਜੀ ਕਾ ਦਾਤਾ, ਹਰ ਜਨ ਮੁਕਤ ਜੁਗਤ ਜੀ ਕਾ ਦਾਤਾ। ਹਰ ਜਨ ਤੋਂ ਭਾਵ ਹਰੀ ਦਾ ਜਨ, ਹਰੀ ਦੀ ਜਾਣਕਾਰੀ ਰੱਖਣ ਵਾਲਾ ਗੁਰਸਿੱਖ ਮੁਕਤੀ ਦੀ ਵਿਧੀ ਸਮਝਾਉਣ ਜੋਗਾ ਹੋ ਜਾਂਦਾ। ਉਹੀ ਤਾਂ ਆਪਾਂ ਪ੍ਰਾਪਤ ਕਰਨਾ ਹੈ। ਅਸੀਂ ਆਪ ਜਪੇ ਅਵਰੇ ਨਾਮ 'ਚ ਪਾਵੇ, ਫਿਰ ਹੀ ਆਪਾਂ ਅੱਗੇ ਸਮਝਾ ਸਕਦੇ ਹਾਂ। ਪਹਿਲਾਂ ਆਪ ਤਾਂ ਪ੍ਰਾਪਤੀ ਨਹੀਂ ਕੀਤੀ, ਆਪਾਂ ਤਾਂ ਉਪਦੇਸ਼ ਕਰਨ ਲੱਗੇ ਦੁਨੀਆਂ ਨੂੰ।
ਅਵਰ ਉਪਦੇਸੀ ਆਪ ਨਾ ਕਰੇ। ਆਪ ਨਹੀਂ ਕਮਾਈ ਕਰਦੇ, ਅਸੀਂ ਦੂਏ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ। ਗੁਰਬਾਣੀ ਆਪਾਂ ਨੂੰ ਪਹਿਲਾਂ ਸੱਚ ਦਾ ਗਿਆਨ ਦਿੰਦੀ ਹੈ। ਆਪ ਜਪੇ ਤੋਂ ਭਾਵ ਪਹਿਲਾਂ ਪੂਰਾ ਸਮਝਣਾ, ਇਹਨੂੰ ਘਰ ਪਹੁੰਚਣਾ ਆਪਦੇ, ਫਿਰ ਦੂਏ ਨੂੰ ਉਪਦੇਸ਼ ਕਰਨਾ ਵਾ। ਹਰ ਦੇ ਵਿੱਚ ਲੈ ਹੋਣਾ, ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਹਰ ਦੇ ਵਿੱਚ ਲੈ ਹੋਣ ਤੋਂ ਬਾਅਦ ਹੀ ਹਰ ਗੁਣ ਬਾਣੀ ਹੈ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਨੇ। ਜੋ ਸਹਿਜ ਚਲੇ ਜਾਂਦਾ ਵਾ, ਟਿਕ ਜਾਂਦਾ ਹੈ, ਹਰ ਨਾਲ ਜੁੜ ਜਾਂਦਾ, ਫਿਰ ਹਰ ਦੇ ਗੁਣ ਗਾਉਂਦਾ। ਪਹਿਲਾਂ ਆਪਦੇ ਗੁਣ ਗਵਾਉਂਦਾ, ਆਪਾਂ ਨੂੰ ਪਤਾ ਹੀ ਹੈ, ਦੀਂਦਾ ਹੀ ਹੈ ਇੰਨਾ। ਅਸੀਂ ਸਰੀਰ ਕਰਕੇ ਤਾਂ ਪੂਰਨ ਹੋ ਜਾਂਦੇ, ਆਤਮਾ ਕਰਕੇ ਹੋਣਾ। ਉਹੀ ਸਤਿਗੁਰੂ ਸਮਝਾਉਂਦੇ ਆ, ਕੁਛ ਵਿਗੜਿਆ ਨਹੀਂ ਭਾਈ, ਜਾਗ ਜਾ ਰਹਾਓ। ਸਮ ਸੁਪਨੇ ਕੇ ਇਹ ਜਗ ਜਾਨ, ਬਿਨਸੇ ਸਨ ਮੈਂ ਸਾਚੀ ਮਾਨ। ਜੋ ਉਪਜਿਆ ਸੋ ਬਿਨਸੈ ਪਰਵਾਜ ਕੇ ਕਾਲ, ਜੋ ਦਿਸੇ ਸੋ ਬਿਨਸ ਬਨਾਸੇ। ਸਤਿਗੁਰੂ ਸਮਝਾਉਂਦੇ, ਜੋ ਦਿਖ ਰਿਹਾ ਭਾਈ, ਕਿਸੇ ਟਾਈਮ ਵੀ ਵਿਨਾਸ਼ ਹੋ ਸਕਦਾ ਵਾ। ਕੁਦਰਤ ਦਾ ਖੇਲ ਹੈ, ਆਵਣ ਜਾਵਣ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਨਾਮੇ ਹੀ ਉਤਪਤ ਨਾਮੇ ਹੀ ਪਰਲੋ, ਲੱਖਾਂ ਹੀ ਲੋਕ ਹੁਕਮ ਨਾਲ ਜਨਮ ਲੈ ਲੈਂਦੇ, ਲੱਖਾਂ ਦੀ ਸਮਾਪਤੀ ਹੁੰਦੀ ਆ ਭਾਈ। ਉਹੀ ਤਾਂ ਸਮਝਣ ਆਇਆ ਸੀ, ਆਪਦੇ ਮੂਲ ਨਾਲ ਜੁੜਨ ਆਇਆ ਸੀਗਾ। ਉਹੀ ਸਤਿਗੁਰੂ ਸਮਝਾਉਂਦੇ ਨੇ, ਜਿਵੇਂ ਆਪਣਾ ਸੁਪਨਾ ਰਾਤ ਨੂੰ ਕੋਈ ਜਗਾ ਦੇਵੇ ਖੁੱਲ੍ਹ ਜਾਂਦਾ, ਇਵੇਂ ਬਾਣੀ ਸਾਨੂੰ ਜਗਾਉਂਦੀ ਹੈ, ਮਨ ਸੁੱਤਾ ਪਿਆ ਵਾ। ਕੋਈ ਸਤਿਗੁਰੂ ਸਮਝਾਉਂਦੇ ਨੇ, ਸਮ ਸੁਪਨੇ ਕੋ ਇਹ ਜਗ ਜਾਨ, ਇਹਨੂੰ ਬਰਾਬਰ ਸਮਝ ਭਾਈ, ਸੁਪਨਾ ਹੀ ਹੈ। ਬਿਨਸ ਸਿਨਮੇ ਸਾਚੀ ਮਾਨ, ਖਿਨਮੇ ਕੌੜੇ ਹੋਏ ਜਿਤਨੇ ਮਾਇਆ ਭੋਗ। ਜਦੋਂ ਸੰਸਾਰ ਛੱਡਣਾ ਅਸੀਂ ਸਰੀਰ, ਇਹ ਜਿੰਨੇ ਮਾਇਆ ਦੇ ਰਿਸ਼ਤੇ ਸਾਰੇ ਕੌੜੇ ਲੱਗਣ ਲੱਗ ਜਾਂਦੇ ਨੇ। ਜਿਹੜੀ ਸੰਪਤ ਅਸੀਂ ਆਪਦੀ ਮੰਨੀ ਬੈਠੇ ਹਾਂ, ਉਹ ਵੀ ਪਰਾਈ ਹੋ ਜਾਂਦੀ ਹੈ। ਜੋ ਸੰਪਤ ਆਪਣੀ ਕਰ ਮਾਨੀ, ਸਿਨਮੇ ਪਈ। ਆਪਾਂ ਪਹਿਲਾਂ ਘਰ ਪਹੁੰਚਣਾ ਭਾਈ, ਲੋਕ ਪਰਲੋਕ ਆਪਦੇ ਸਹਾਈ ਕਰਨੇ ਆ ਗੁਰੂ ਦੇ ਰਸਤੇ 'ਤੇ ਚੱਲ ਕੇ। ਨਦੀਆਂ ਪਵੇ ਸਮੁੰਦ ਨਾ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ। ਇਵੇਂ ਗੁਰੂ ਦੇ ਪਿੱਛੇ ਚੱਲਣਾ ਵਾ। ਜਿਹੜੇ ਨਦੀਆਂ ਨਾਲੇ ਸਮੁੰਦਰ 'ਚ ਆ ਕੇ ਲੈ ਹੋ ਜਾਂਦੇ, ਇਵੇਂ ਗੁਰਸਿੱਖ ਨੇ ਗੁਰੂ ਦਾ ਹੀ ਰੂਪ ਬਣਨਾ ਵਾ, ਫੇਰ ਹੀ ਗੁਰੂ ਦਾ ਜਸ ਕਰੂਗਾ। ਅੱਗੇ ਸਤਿਗੁਰ ਕੀ ਸਮਝਾਉਂਦੇ, ਸੰਗ ਤੇਰੇ ਹਰ ਬਸਤ ਨੀਤ, ਨਿਸਬਾਸਰ ਭਜ ਤਾਹੇ ਮੀਤ। ਉਹ ਕਹਿੰਦੇ ਬਹੁਤ ਨੇੜੇ ਆ ਭਾਈ, ਆ ਸਰੀਰ 'ਚ ਨਹੀਂ, ਮਨ ਦੇ ਅੰਦਰ। ਮਨ ਮਹਿ ਆਪ, ਉਹੀ ਤਾਂ 10ਵਾਂ ਦੁਆਰ ਆ, ਉਹੀ ਤਾਂ ਹਰਦੁਆਰ ਹੈ, ਉਹੀ ਤਾਂ ਹਰ ਮੰਦਰ ਹੈ, ਉਹੀ ਤਾਂ ਮਸੀਤ ਹੈ, ਉਹੀ ਤਾਂ ਗੁਰਦੁਆਰਾ। ਅਨੇਕਾਂ ਨਾਮ ਦੇ ਕੇ ਸਮਝਾਇਆ ਗਿਆ ਭਾਈ ਸਾਨੂੰ। ਪਰ ਜੇ ਅਸੀਂ ਬਾਣੀ ਨੂੰ ਸੁਣਾਂਗੇ, ਫੇਰ ਹੀ ਸਾਨੂੰ ਸਮਝ ਆਊ, ਫੇਰ ਹੀ ਅਸੀਂ ਆਪਦੇ ਘਰ ਪਹੁੰਚਾਂਗੇ। ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਆਪਾਂ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਸੰਸਾਰ ਮਰਨ ਤੋਂ ਡਰਦਾ ਹੈ। ਭਗਤ ਕਬੀਰ ਜੀ ਕਹਿੰਦੇ, ਮੇਰੇ ਅੰਦਰ ਚਾਅ ਹੈ ਮਰਨ ਦਾ ਭਾਈ। ਇਹ ਮਰਨਾ ਵੱਖਰਾ ਹੈ ਸੰਸਾਰ ਨੂੰ। ਸ਼ਬਦ ਮਰੇ ਫਿਰ ਜੀਵੇ ਫੁਨ ਹੀ, ਫਿਰ ਬਹੁਰ ਨਾ ਮਰਨਾ ਹੋਈ। ਗੁਰ ਸ਼ਬਦ ਦੇ ਗਿਆਨ ਤੋਂ ਸਾਡੀਆਂ ਇੱਛਾ ਮਰ ਜਾਂਦੀਆਂ ਨੇ, ਉਹੀ ਮਰਨਾ, ਹੋਰ ਕੋਈ ਮਰਨਾ ਨਹੀਂ ਹੈਗਾ। ਨਾਮ ਨਾਲ ਫਿਰ ਇਹ ਜਿਉਂਦਾ ਹੋ ਜਾਂਦਾ। ਤਾਈਓ ਤਾਂ ਨਾਮ ਦੀ ਇੰਨੀ ਉਪਮਾਵਾਂ, ਸਾਰੇ ਗ੍ਰੰਥ ਜਿੰਨੇ ਵੀ ਸੰਸਾਰ ਦੇ ਨੇ, ਸਾਰੇ ਨਾਮ ਦੀ ਉਪਮਾ ਕਰਦੇ ਨੇ। ਸੰਗ ਤੇਰੇ ਹਰ ਬਸਤ ਨੀਤ, ਨਿਸਵਾਸਰ ਤਹਿ ਭਜ ਤਾਹੇ ਮੀਤ। ਇਹ ਮੀਤ ਮੰਨਾ, ਉਹਦੇ ਨਾਲ ਜੋੜ, ਭਜ ਤੋਂ ਭਾਵ ਜੋੜ ਉਹਦੇ ਨਾਲ ਆਪਦੇ ਮੀਤ। ਉਹੀ ਹੈ ਇਹਦਾ ਹਰ ਸੰਗੀ, ਗੁਣ ਗਾਏ ਲੈ ਮਨਾ ਜੋ ਤੇਰਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬਾਰ ਅੰਤ ਕੀ ਹੋਏ ਸਹਾਏ, ਕਉ ਨਾਨਕ ਗੁਣ ਤਾਂ ਕੇ ਗਾਏ। ਗੁਰੂ ਸਾਹਿਬ ਤਾਂ ਸਮਝਾਉਂਦੇ ਆ ਭਾਈ, ਗੁਣ ਉਹਦੇ ਗਾਉਣੇ ਚਾਹੀਦੇ ਨੇ ਜਿਹੜਾ ਅੰਤ ਨੂੰ ਸਹਾਈ ਹੋਵੇ। ਸਹਾਈ ਤਾਂ ਫਿਰ ਹਰ ਇਹਦਾ ਆਪਦਾ ਮੂਲ ਹੈ। ਬਾਣੀ ਹਰ ਕਥਾ ਵਾ। ਅਸੀਂ ਜਿਹੜੇ ਸੁੱਖਾਂ ਦੇ ਯਤਨ ਕਰਦੇ ਹਾਂ, ਉਹ ਸਰੀਰ ਕਰਕੇ ਕਰਦੇ ਹਾਂ। ਸਾਨੂੰ ਐਂ ਲੱਗਦਾ ਵੀ ਸਾਡੇ ਯਤਨ ਕਰਨ ਨਾਲ ਸਾਰਾ ਕੁਝ ਆ ਰਿਹਾ ਵਾ, ਫਿਰ ਹੁਕਮ ਦੀ ਕੀ ਲੋੜ ਆ ਭਾਈ। ਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ ਹੈ, ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ। ਆਸਾ ਦੀ ਵਾਰ ਸਤਿਗੁਰ ਸਮਝਾਉਂਦੇ। ਅਸੀਂ ਕੀ ਕਰਦੇ ਹਾਂ, ਅਸੀਂ ਵਿਰੋਧ ਕਰਦੇ ਹਾਂ, ਫਿਰ ਵੀ ਦਿੰਦੇ ਦੇਈ ਜਾ ਰਿਹਾ। ਉਹਦਾ ਸੁਭਾਅ ਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵੀ ਅਗਨਤ ਭਰੇ ਭੰਡਾਰ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਈ। ਦਸਮ ਪਾਤਸ਼ਾਹ ਦੇ ਬਚਨ ਲੈ ਲੈਣੇ, ਜਾਨ ਕੋ ਦੇ ਅਜਾਨ ਕੋ ਦੇ ਹੈ। ਜਿਹੜੇ ਉਹਦਾ ਜਸ ਕਰਦੇ ਉਹਨੂੰ ਤਾਂ ਦੇਣੇ ਦੇਣਾ ਉਹਨੇ, ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਦੇਈ ਜਾ ਰਿਹਾ। ਉਹਨਾਂ ਦਾ ਸੁਭਾਅ ਆ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ। ਜੋ ਸਤਿਗੁਰ ਆਪਾਂ ਨੂੰ ਸਮਝਾਉਣਾ ਕਹਿੰਦੇ ਆ, ਯਤਨ ਬਹੁਤ ਸੁੱਖ ਕੇ ਕੀਏ, ਦੁੱਖੋ ਕੀਓ ਨਾ ਕੋਏ। ਦੁੱਖ ਭਾਈ ਫੇਰ ਆ ਜਾਂਦੇ ਨੇ, ਸਾਡੀ ਮਤ ਨਾਲ ਦੁੱਖ ਹੀ ਆਉਣਗੇ। ਅਸੀਂ ਗੁਰ ਕੀ ਮਤ ਲੈਣੀ ਆ। ਉਪਜਿਆ ਸਹਿਜ ਗਿਆਨ ਮਤ ਜਾਗੀ। ਜਦੋਂ ਮਹਾਰਾਜ ਕਹਿੰਦੇ ਗੁਰ ਸ਼ਬਦ ਦੀ ਸਿੱਖ ਸੰਗਤ ਕਮਾਈ ਕਰਦੀ ਆ, ਸਹਿਜ ਤੋਂ ਭਾਵ ਮਨ ਟਿਕਣ ਲੱਗ ਜਾਂਦਾ ਵਾ। ਫਿਰ ਇਹ 'ਚੋਂ ਗਿਆਨ ਮਤ ਪੈਦਾ ਹੁੰਦੀ ਹੈ। ਉਹ ਗਿਆਨ ਮਤ ਨਹੀਂ
ਜਿਹੜਾ ਹੈਗਾ ਜਸ ਕੀਤਾ ਜਾਂਦਾ ਵਾ। ਰਹਿਰਾਸ ਸਤਿਗੁਰਾਂ ਦੇ ਬਚਨ ਨੇ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਲਈ ਜਾਣੀ ਆ। ਇੱਕ ਦਿਨ ਐਸਾ ਆ ਜਾਂਦਾ ਹੈ ਗਿਆਨ ਦੀ ਜੋਤ ਪ੍ਰਗਟ ਹੋ ਜਾਂਦੀ। ਉਹੀ ਸਤਿਗੁਰ ਸਮਝਾਉਂਦੇ ਨੇ, ਭਾਈ ਜਿਤਨ ਬਹੁਤ ਸੁੱਖ ਕੀ ਦੁੱਖ ਕੋ ਕੀ ਨਾ ਕੋਈ। ਸੁੱਖਾਂ 'ਚ ਅਸੀਂ ਲੱਗੇ ਹੋਏ, ਦੁੱਖ ਫੇਰ ਆ ਜਾਂਦੇ। ਕਹੋ ਨਾਨਕ ਸੁਣ ਰੇ ਮਨਾ, ਹਰ ਭਾਵੇ ਸੋ ਹੋਣਾ। ਤਾਂ ਭਾਈ ਉਹੀ ਹੈ ਜੋ ਕੁਦਰਤ ਚਾਹੁੰਦੀ ਹੈ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਈ। ਜਦੋਂ ਹੁਕਮ ਦੀ ਸਮਝ ਆਉਂਦੀ ਹੈ, ਫਿਰ ਮਨ ਮੰਨਦਾ ਹੈ ਵੀ ਸਾਰਾ ਕੁਝ ਹੁਕਮ ਹੋ ਰਿਹਾ ਵਾ। ਪਹਿਲਾਂ ਅਸੀਂ ਨਹੀਂ ਮੰਨਦੇ, ਉਹੀ ਤਾਂ ਕਾਲ ਹੈ ਸਾਡਾ। ਮਨ ਨੂੰ ਬਾਣੀ ਮਨਾਉਂਦੀ ਆ ਅਨੇਕਾਂ ਉਪਦੇਸ਼ ਦੇ ਕੇ, ਭੁੱਲਿਆ ਗੁਰ ਦੇ ਸਮਝਾਏ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਲਿਖਾ ਕੇ ਆਇਆ ਸੀ ਭੁੱਲ ਗਿਆ, ਸੰਬਤ ਸਾਹਾਂ ਲਿਖਿਆ ਮਿਲਕਰ ਪਾਵੋ ਤੇਰ। ਦੇਖ ਲਓ ਭਾਈ, ਸੰਬਤ ਸਮਾਂ ਇਹਦਾ ਲਿਖਿਆ ਗਿਆ, ਉਦੋਂ ਪਹਿਲਾਂ ਨੂੰ ਕੋਈ ਮਾਰ ਨਹੀਂ ਸਕਦਾ। ਜੋ ਸਮਾਂ ਆ ਗਿਆ ਇਹਨੂੰ ਕੋਈ ਰੱਖ ਨਹੀਂ ਸਕਦਾ। ਜਿਸ ਰੱਖੇ ਤੂੰ ਤਿਸ ਮਾਰੇ ਕੌਣ, ਜਿਸ ਮਾਰੇ ਤੂੰ ਤਿਸ ਬਚਾਵੇ ਕੌਣ। ਆਓ ਸਾਰੇ ਮਿਲ ਕੇ ਉਹਦੀ ਸ਼ਰਨ ਚੱਲੀਏ, ਆਪਾਂ ਸਤਿਗੁਰ ਦੀ ਸੱਚ ਦਾ ਗਿਆਨ ਲਈਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਸਾਡਾ ਵੀ ਜਿਹੜਾ ਇਹ ਸੁੱਖਾਂ ਦੇ ਵਿੱਚ ਫਸਿਆ ਹੋਇਆ ਮਨ ਬੁੱਧੀ, ਇਹ ਵੀ ਆਪਦੇ ਆਤਮਿਕ ਸੁੱਖ ਦੀ ਤਿਆਰੀ ਕਰੇ। ਸਰਜਾਮ ਲਾਗ ਭਵਜਲ ਤਰਨ ਕੇ ਆਪਾਂ ਤਿਆਰੀ ਕਰੀਏ, ਗੁਰਸ਼ਬਦ ਦੀ ਕਮਾਈ ਕਰੀਏ, ਆਪਦੇ ਘਰ ਪਹੁੰਚਣਾ ਵਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਖੇਤੀ ਛੁੱਟੀ ਨਾਲ ਉਹਨਾਂ ਨੇ ਆਪਾਂ ਨੂੰ ਗੁਰਬਾਣੀ ਗੁਰਮਤਿ ਮਾਰਗ ਦਿੱਤਾ ਵਾ। ਆਪਾਂ ਉਹਨਾਂ ਦੇ ਪਿੱਛੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ। ਉਹ ਸਾਰੇ ਮਿਲ ਕੇ ਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਸੁੱਖਾਂ ਦੀ ਪ੍ਰਾਪਤੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।